ਜਗਮੋਹਨ ਸਿੰਘ ਪੱਟੀ ਐਡਵੋਕੇਟ ਅੱਜ ਤੁਹਾਡੇ ਨਾਲ ਦਿਲ ਦੀਆਂ ਗੱਲਾਂ YouTube ਚੈਨਲ ਆਪਣੇ ਚੈਨਲ ਜਗਮੋਹਨ ਸਿੰਘ ਪੱਟੀ ਐਡਵੋਕੇਟ ਨਾਮ ਦੇ ਚੈਨਲ ਦੇ ਉੱਤੇ ਅੱਜ ਇੱਕ ਵਿਚਾਰ ਵਿਮਰਸ਼ ਕਰਨ ਲੱਗਿਆ, ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਲੱਗਿਆ। ਮੈਂ ਤੁਹਾਡੀ ਦੁਖਤੀ ਰਗ ਦੇ ਉੱਤੇ ਕੋਈ ਹੱਥ ਨਹੀਂ ਰੱਖਣਾ ਚਾਹੁੰਦਾ। ਕਿਉਂਕਿ ਅੱਜ ਦੇ ਦਿਨ 8 ਨਵੰਬਰ 2016 ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਰਾਤ 8 ਵਜੇ ਅਚਨਚੇਤ ਤੁਹਾਨੂੰ ਜਿਹੜੀਆਂ ਸੁਗਾਤਾਂ ਦੀ ਬੁਛਾੜ ਕਰ ਦਿੱਤੀ ਔਰ ਪਿਛਲੇ 5 ਸਾਲਾਂ ਵਿੱਚ ਉਹ ਸੁਗਾਤਾਂ ਮਿਲੀਆਂ ਤੁਹਾਡੇ ਤੋਂ ਜਿਹੜੀਆਂ ਨਹੀਂ ਸਾਂਭੀਆਂ ਗਈਆਂ। ਅੱਜ ਵਿਚਾਰ ਗੋਸ਼ਟੀ, ਅੱਜ ਵੀ ਵਿਚਾਰ ਵਿਮਰਸ਼ ਵਿਮੋਚਨ ਉਹਨਾਂ ਚੀਜ਼ਾਂ ਦਾ। ਇਹ ਜਿਹੜੀ ਸੁਗਾਤ ਸੀਗੀ ਤੁਹਾਨੂੰ ਕਿਵੇਂ ਤੇ ਕਿਸ ਹਿਸਾਬ ਨਾਲ ਮਿਲੀ ਹੈ ਤੇ ਕਿਸ ਤਰ੍ਹਾਂ ਕਿਵੇਂ ਤੁਹਾਨੂੰ ਇਹ ਜਿਹੜੀ ਹੈ ਸੁਗਾਤ ਲੱਗੀ, ਇਸ ਨੂੰ ਦੱਸਣ ਦਾ ਉਪਰਾਲਾ ਕਿਸੇ ਗੋਦੀ ਮੀਡੀਆ ਦੇ ਚੈਨਲ ਨੇ ਕਿਸੇ ਕੋਈ ਵੀ ਗੋਸ਼ਟੀ ਦੇ ਵਿੱਚ, ਕਿਸੇ ਵੀ ਕੋਈ ਵਿਚਾਰ ਚਰਚਾ ਦੇ ਵਿੱਚ, ਕਿਸੇ ਵੀ ਕੋਈ ਇਸ ਤਰ੍ਹਾਂ ਦੇ ਚੈਨਲ ਦੇ ਉੱਤੇ ਡਿਬੇਟ ਨਹੀਂ ਰੱਖੀ ਗਈ ਕਿ 5 ਸਾਲ ਪਹਿਲੋਂ ਦੇਸ਼ ਦੇ ਹਿੱਤ ਵਿੱਚ ਜਿਹੜੀ ਇਹ ਸੁਗਾਤ ਦੇਸ਼ ਦੇ 130 ਕਰੋੜ ਤੋਂ ਵੱਧ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਦਿੱਤੀ ਗਈ ਸੀ। ਉਹ ਕੀ ਸੀ? ਨੋਟਬੰਦੀ ਤੇ ਜਿਹੜੇ ਵਧੀਆ ਨਤੀਜੇ ਆਏ ਉਹ ਤੁਹਾਡੇ ਤੱਕ ਪਹੁੰਚੇ ਜਾਂ ਨਹੀਂ ਪਹੁੰਚੇ, ਇਹ ਤੁਹਾਡੇ ਲਈ ਇੱਕ ਵਿਚਾਰ, ਇੱਕ ਐਸੀ ਗੱਲ ਹੈ ਜਿਹੜੀ ਤੁਹਾਡੇ ਨਾਲ ਅੱਜ ਘੱਟੋ ਘੱਟ ਮੈਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨ ਦਾ ਇੱਕ ਯਤਨ, ਇੱਕ ਹੀਲਾ, ਇੱਕ ਉਪਰਾਲਾ, ਇੱਕ ਵਸੀਲਾ ਇਹ ਆਪਣੇ YouTube ਚੈਨਲ ਐਡਵੋਕੇਟ ਜਗਮੋਹਨ ਸਿੰਘ ਪੱਟੀ ਦੇ ਰਾਹੀਂ ਇਹ ਤੁਹਾਡੇ ਤਾਈਂ ਪਹੁੰਚਾਉਣ ਦਾ ਯਤਨ ਕਰ ਰਿਹਾ। ਇੱਕ ਨਿਮਾਣਾ ਜਿਹਾ ਯਤਨ ਹੈ ਇਹ। ਮੇਰੇ ਵੱਲੋਂ ਸੁਗਾਤ ਸਮਝੋ ਜਾਂ ਜੋ ਮਰਜ਼ੀ ਸਮਝੋ ਕਿ ਜੇ ਮੈਂ ਮੋਦੀ ਸਾਹਿਬ ਦੀ ਦਿੱਤੀ ਹੋਈ 8 ਨਵੰਬਰ 2016 ਦੀ ਸੁਗਾਤ ਨੂੰ ਤੁਹਾਡੇ ਤੱਕ ਨਹੀਂ ਪਹੁੰਚਾਉਂਦਾ ਤੇ ਮੈਂ ਸੱਚਾ ਦੇਸ਼ ਭਗਤ ਨਹੀਂ, ਮੈਂ ਨੈਸ਼ਨਲਿਸਟ ਨਹੀਂ, ਮੈਂ ਇੱਕ ਰਾਸ਼ਟਰਵਾਦੀ ਨਹੀਂ ਹਾਂ, ਲੇਕਿਨ ਮੈਂ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੁੰਦਾ। ਇਹ ਗੱਲ ਤੁਹਾਡੇ ਤੱਕ ਮੈਂ ਪਹੁੰਚਾਉਣ ਦਾ ਇੱਕ ਯਤਨ ਕਰ ਰਿਹਾ। ਇਹ 8 ਨਵੰਬਰ 2016 ਨੂੰ ਅਚਨਚੇਤ ਦਿੱਤੀ ਗਈ ਸੁਗਾਤ ਦੇ ਵਿੱਚ ਜਿਹਦਾ ਅਖਤਿਆਰ ਸਿਰਫ ਤੇ ਸਿਰਫ ਰਿਜ਼ਰਵ ਬੈਂਕ ਆਫ ਇੰਡੀਆ ਦੇ ਕੋਲ ਹੀ ਸੀ, ਕਿਸੇ ਹੋਰ ਅਥਾਰਟੀ ਦੇ ਕੋਲ ਨਹੀਂ। ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਜਿਹੜੀ ਹੈ ਭਾਰਤ ਦੀ ਫਾਈਨਾਂਸ ਨੂੰ ਕੰਟਰੋਲ ਕਰਨ ਦੀ, ਛਾਪਣ ਦੀ, ਨੋਟ ਵਿਡਰਾ ਕਰਨ ਦੀ ਪਾਵਰ ਰੱਖਦੀ ਹੈ ਔਰ ਕਿਸੇ ਵੀ ਕਰੰਸੀ ਨੋਟ ਨੂੰ ਕੋਈ ਵੀ ਦੇਸ਼ ਦਾ ਵਿਅਕਤੀ ਵਿਸ਼ੇਸ਼ ਵੀ ਹੱਥ ਨਹੀਂ ਲਾ ਸਕਦਾ, ਉਹਦੇ ਉੱਤੇ ਕੋਈ ਐਲਾਨ ਨਹੀਂ ਕਰ ਸਕਦਾ, ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਉਪਰਾਲਾ ਨਹੀਂ ਕਰ ਸਕਦਾ। ਜਿਵੇਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆ ਕੇ ਅਚਨਚੇਤ 8 ਵਜੇ ਤੁਹਾਨੂੰ ਇਹ ਦੱਸ ਦਿੱਤਾ ਜਿਹੜੇ ਤੁਹਾਡੇ ਹੱਥਾਂ ਵਿੱਚ ਨੋਟ ਨੇ, ਜਿਹੜੇ ਤੁਹਾਡੇ ਘਰ ਵਿੱਚ ਨੋਟ ਨੇ, ਜਿਹੜੇ ਤੁਹਾਡੀਆਂ ਜੇਬਾਂ ਵਿੱਚ ਨੋਟ ਨੇ, ਜਿਹੜੇ ਤੁਹਾਡੇ ਬੈਂਕਾਂ ਵਿੱਚ ਨੋਟ ਨੇ, ਸਾਰੇ ਮਿੱਟੀ ਹੋ ਗਏ ਜੇ। ਔਰ ਇਹ ਕਿਉਂ ਹੋ ਗਏ ਨੇ ਮਿੱਟੀ? ਕਿਉਂਕਿ ਨੋਟਬੰਦੀ ਹੋ ਗਈ ਹੈ ਦੇਸ਼ ਦੇ ਵਿੱਚ, ਨੋਟਬੰਦੀ ਲਾਗੂ ਹੋ ਗਈ ਹੈ ਜਿਹਦੀ ਤੁਹਾਨੂੰ ਪਿਨਕ ਤੱਕ ਨਹੀਂ ਪੈਣ ਦਿੱਤੀ ਗਈ ਕਿਉਂਕਿ ਸੁਗਾਤ ਐਸੀ ਸੀ। ਸੁਗਾਤ ਐਸੀ ਹੁੰਦੀ ਹੈ ਜਿਹੜੀ ਇੱਕ ਸਰਪ੍ਰਾਈਜ਼ ਲਿਆਵੇ ਤੁਹਾਡੇ ਲਈ, ਹੈਰਾਨੀਜਨਕ ਵਿਸ਼ੇ ਲਿਆਵੇ। ਔਰ ਜਦੋਂ ਇਹ ਵਿਸ਼ੇ ਤੁਹਾਡੇ ਵਾਸਤੇ ਆਉਂਦੇ ਨੇ ਤੇ ਇੱਕ ਖਾਸ ਕਾਰਨ ਬਣਦੇ ਨੇ ਦਿਲਚਸਪੀ ਦਾ, ਲੇਕਿਨ ਉਸ ਦਿਨ ਦੀਆਂ ਦਿਲਚਸਪੀਆਂ ਜਿਹੜੀਆਂ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਜ਼ਰੂਰ ਕਰਾਂਗਾ। ਰਿਜ਼ਰਵ ਬੈਂਕ ਆਫ ਇੰਡੀਆ ਦੀ ਪਾਵਰ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਾਇਜ਼ ਢੰਗ ਨਾਲ ਜਾਂ ਨਜਾਇਜ਼ ਢੰਗ ਨਾਲ ਇਸਤੇਮਾਲ ਕੀਤਾ, ਇਹ ਡਿਕਲੇਅਰ ਕਰਕੇ ਕਿ ਨੋਟਬੰਦੀ ਹੋ ਗਈ ਹੈ। ਪੁਰਾਣੇ ਸਾਰੇ ਨੋਟ ਜਿਹੜੇ ਜੇ 500 ਦੇ ਤੇ 1000 ਦੇ ਜਿਹੜੇ ਨੇ ਉਹ ਜ਼ੀਰੋ ਹੋ ਗਏ ਜੇ, ਮਿੱਟੀ ਹੋ ਗਏ ਜੇ। ਭਾਵੇਂ ਉਹ ਤੁਹਾਡੇ ਕਿਸੇ ਵੀ ਖਿੱਤੇ ਖਾਤੇ ਵਿੱਚ ਪਏ ਹੋਏ ਨੇ, ਉਹ ਸਾਰੇ ਮਿੱਟੀ ਜੇ। ਔਰ ਉਸੇ ਵੇਲੇ ਸਾਡੇ ਦੇਸ਼ ਦੇ ਵਪਾਰੀਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਹੁਕਮ ਮੰਨਦੇ ਹੋਏ ਇਹ ਜਿਹੜੀ ਸੀਗੀ ਇੱਕ ਐਲਾਨ ਆਇਆ ਸੀਗਾ ਜਿਹੜਾ ਉਸ ਦੇ ਉੱਤੇ ਫੁੱਲ ਚੜਾ ਦਿੱਤੇ ਸੀ। ਔਰ ਮੈਂ ਉਸ ਵੇਲੇ ਇੱਕ ਪੰਸਾਰੀ ਦੀ ਦੁਕਾਨ ਤੇ ਖੜਾ ਸੀ। ਉਸ ਪੰਸਾਰੀ ਦੀ ਦੁਕਾਨ ਦੇ ਉੱਤੇ ਇੱਕ ਸੱਜਣ ਆਏ। ਉਹ ਕੌਣ ਸਨ? ਉਹ ਇੱਕ ਦਿਹਾੜੀਦਾਰ ਮਜ਼ਦੂਰ ਸਨ
ਉਹ ਕਹਿੰਦੇ ਲਾਲਾ ਜੀ ਇਹ 1000 ਦਾ ਨੋਟ ਫੜੋ, ਪਿਛਲਾ ਹਿਸਾਬ ਆਪਣਾ ਬਰਾਬਰ ਕਰ ਲਓ ਤੇ ਮੈਨੂੰ ਅਗਲਾ ਰਾਸ਼ਨ ਦੇ ਦਿਓ। ਤੇ ਲਾਲਾ ਜੀ ਨੇ ਇਹ ਕਿਹਾ ਬਈ ਆਹ ਸੁਣ ਲੈ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਾਰ-ਬਾਰ ਬਿਆਨ ਦਿਖਾਇਆ ਜਾ ਰਿਹਾ ਕਿ ਨੋਟਬੰਦੀ ਲਾਗੂ ਹੋ ਗਈ ਹੈ। ਉਹ ਕਹਿੰਦਾ ਜੀ ਮੈਨੂੰ ਨੋਟਬੰਦੀ ਤੋਂ ਕੀ ਲੈਣਾ, ਮੈਂ ਤਾਂ ਰਾਸ਼ਨ ਤੋਂ ਲੈਣਾ। ਔਰ ਉਸ ਵੇਲੇ ਮੈਨੂੰ ਇਹ ਪਤਾ ਹੈ ਕਿ ਕਦੀ ਉਹ ਆਪਣੇ ਨੋਟ ਵੱਲ ਵੇਖਦਾ ਸੀ ਤੇ ਕਦੀ ਲਾਲੇ ਵੱਲ ਵੇਖਦਾ ਸੀ ਕਿ ਲਾਲਾ ਜੀ ਮੈਨੂੰ ਮਜ਼ਾਕ ਤਾਂ ਨਹੀਂ ਕਰ ਰਹੇ। ਔਰ ਅਖੀਰ ਤੇ ਅੱਧਾ ਪੌਣਾ ਘੰਟਾ ਮੈਂ ਉੱਥੇ ਸੀ, ਲਾਲਾ ਜੀ ਨੇ ਉਹਨੂੰ ਰਾਸ਼ਨ ਨਹੀਂ ਦਿੱਤਾ, ਉਹਦਾ ਨੋਟ ਵੀ ਐਕਸੈਪਟ ਨਹੀਂ ਕੀਤਾ। ਉਹਨੂੰ ਕਹਿੰਦੇ ਵੀ ਪਿਛਲੇ ਪੈਸੇ ਦੇ ਜਾਈਂ ਤੇ ਅੱਗੋਂ ਰਾਸ਼ਨ ਲੈ ਜਾਈਂ। ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਉਸ ਗਰੀਬ ਮਜ਼ਦੂਰ ਨੇ ਕੀ ਕੀਤਾ ਜਾਂ ਕੀ ਨਹੀਂ ਕੀਤਾ, ਲੇਕਿਨ ਇੱਕ ਉਹਨੂੰ ਤੋਹਫਾ ਜ਼ਰੂਰ ਮਿਲ ਗਿਆ ਕਿ ਅੱਜ ਉਹਨੂੰ ਜਿਹੜਾ ਸੀਗਾ ਆਪਣੀ ਘਰਵਾਲੀ ਦੇ ਨਾਲ ਅੱਜ ਜਿਹੜਾ ਕਰਵਾ ਚੌਥ ਹੁਣੇ ਲੰਘਿਆ ਉਹ ਰੱਖਣ ਦਾ ਸੁਭਾਗ ਜ਼ਰੂਰ ਆਪਣੇ ਬੱਚਿਆਂ ਸਮੇਤ ਪ੍ਰਾਪਤ ਹੋਇਆ ਹੋਏਗਾ। ਜੇ ਉਹਨੂੰ ਕਿਤੋਂ ਵੀ ਰਾਸ਼ਨ ਨਹੀਂ ਮਿਲਿਆ, ਕੋਈ ਭਾਈਬੰਦੀ ਉਹਦੀ ਨਹੀਂ ਚੱਲੀ। ਇਸ ਨੋਟਬੰਦੀ ਦੇ ਦੌਰਾਨ ਭਾਈਬੰਦੀਆਂ ਬਹੁਤ ਚੱਲੀਆਂ, ਭਾਈਬੰਦੀਆਂ ਨੇ ਦੇਸ਼ ਬਚਾਤਾ। ਇਹ ਭਾਈਬੰਦੀ ਦੀ ਸੌਗਾਤ ਜਿਹੜੀ ਸੀਗੀ ਇਹ ਛੁਪੀ ਰਹਿ ਗਈ ਔਰ ਇਹ ਗੋਦੀ ਮੀਡੀਆ ਨੇ ਜ਼ਿਕਰ ਕਰਕੇ ਤੁਹਾਡੇ ਤੱਕ ਨਹੀਂ ਪਹੁੰਚਾਈ। ਦੇਖੋ ਇਹ ਕੋਈ ਵਫਾਦਾਰੀ ਨਹੀਂ ਕਮਾਈ ਗੋਦੀ ਮੀਡੀਆ ਨੇ, ਪ੍ਰਧਾਨ ਮੰਤਰੀ ਜੀ ਦੀ ਕੀਤੀ ਹੋਈ ਇੱਕ ਸੱਚੀ ਸੁੱਚੀ ਐਫਰਟ ਨੂੰ ਤੁਹਾਡੇ ਤੱਕ ਪਹੁੰਚਾਉਣਾ ਇਹ ਇੱਕ ਉਹਨਾਂ ਦਾ ਕੰਮ ਸੀ। ਦੂਜੀ ਗੱਲ ਮੈਂ ਤੁਹਾਨੂੰ ਦੱਸ ਦਿਆਂ, ਨੋਟਬੰਦੀ ਤੋਂ ਇਹ ਕਿਹਾ ਗਿਆ ਸੀ ਕਿ ਕੁਝ ਗੱਲਾਂ ਜਿਹੜੀਆਂ ਉਹ ਇਸ ਹਿਸਾਬ ਦੀਆਂ ਸਨ, ਜਿਹੜੀਆਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਦੇ ਨਾਲ ਆਤੰਕਵਾਦ ਦਾ ਖਾਤਮਾ ਹੋਏਗਾ। ਤਾਜ਼ਾ ਸਥਿਤੀ ਕੀ ਹੈ? GDP ਸਾਡੀ ਗਿਰ ਗਈ ਔਰ -30 'ਚ ਚਲੀ ਗਈ। ਅਨਐਮਪਲਾਇਮੈਂਟ ਰੇਟ ਸਾਡਾ ਜਿਹੜਾ ਸੀਗਾ ਉਹ ਕਰੋੜਾਂ ਵਿੱਚ ਚਲਾ ਗਿਆ। 2 ਕਰੋੜ ਨੌਕਰੀ ਤੁਹਾਨੂੰ ਹਰ ਸਾਲ ਮਿਲਣੀ ਸੀ, ਪਿਛਲੇ 5 ਸਾਲਾਂ ਵਿੱਚ ਅੱਜ ਤੱਕ ਤੁਹਾਨੂੰ 10 ਕਰੋੜ ਨੌਕਰੀ ਮਿਲਣੀ ਸੀ ਤੇ ਕਰੋੜਾਂ ਦੀਆਂ ਨੌਕਰੀਆਂ ਜਿਹੜੀਆਂ ਸੀਗੀਆਂ ਕਰੋੜਾਂ ਦੀ ਗਿਣਤੀ ਵਿੱਚ ਤੁਰ ਗਈਆਂ। ਕਿੱਥੇ ਤੁਰ ਗਈਆਂ? ਇਸ ਨੋਟਬੰਦੀ ਦੀ ਭੇਟ ਹੋ ਗਈਆਂ। ਤੇ ਹੋਰ ਤਾਂ ਹੋਰ ਗਰੀਬੀ ਜਿਹੜੀ ਸੀ ਉਹ ਚਰਮ ਸੀਮਾ ਤੇ ਪਹੁੰਚ ਗਈ। ਜਿਵੇਂ ਕਿ ਹੁਣੇ ਐਲਾਨ ਆਏ ਨੇ ਤੇ ਇਹ ਵੀ ਕਿਹਾ ਗਿਆ ਕਿ ਯੂਪੀ ਦੇ ਵਿੱਚ 70% ਤੋਂ ਲੱਗ ਕੇ 80% ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾਏਗਾ। ਇਹਦਾ ਮਤਲਬ ਤੁਹਾਡੇ ਲਈ ਸਪਸ਼ਟ ਹੈ ਗਰੀਬੀ ਦੀ ਰੇਖਾ ਕਿੰਨੀ ਵਧੀ। ਇਸ ਦੇ ਇਹ ਤਾਜ਼ੇ ਨਤੀਜੇ ਆਏ ਨੇ ਔਰ ਜੋ ਨਤੀਜਾ ਆਉਣਾ ਸੀ ਕਿ ਆਤੰਕਵਾਦ ਦਾ ਖਾਤਮਾ ਹੋਏਗਾ ਉਹ ਅਜੇ ਤੱਕ ਨਹੀਂ ਜੇ ਹੋਇਆ। ਇਹ ਕੀ ਸੁਗਾਤ ਸੀਗੀ? ਇਹਦੇ ਵਿੱਚ 3 ਸੁਗਾਤਾਂ ਛੁਪੀਆਂ ਹੋਈਆਂ ਸੀ ਇੱਕ ਗੱਲ ਦੇ ਵਿੱਚ, ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਤੀਆਂ। ਹੁਣ ਚੀਜ਼ ਇਹ ਹੈ ਡਿਜੀਟਲ ਇੰਡੀਆ ਦੇ ਵਿੱਚ ਕੀ ਸੀਗਾ ਕਿ ਟ੍ਰਾਂਜੈਕਸ਼ਨਸ ਜਿਹੜੀਆਂ ਕੋਈ ਵੀ ਹੈ ਕੈਸ਼ ਦੀਆਂ ਉਹ ਨਹੀਂ ਹੋਣਗੀਆਂ, ਲੇਕਿਨ ਇਸ ਵੇਲੇ ਟ੍ਰਾਂਜੈਕਸ਼ਨਸ ਕੈਸ਼ ਦੀਆਂ ਜਿੰਨਾ ਵੀ ਕੈਸ਼ ਦਾ ਲੈਣ ਦੇਣ ਨਗਦ ਜਿਹੜਾ ਹਿਸਾਬ ਚੁਕਤਾ ਕਰਨਾ ਲੈਣਾ ਦੇਣਾ ਸਾਰਾ ਕੁਝ ਹੈ ਉਹ ਆਪਣੇ ਆਪ ਵਿੱਚ ਚਰਮ ਸੀਮਾ ਤੇ ਹੈ। ਪੀਕ ਹਾਈ ਟਾਈਮ ਆਲ ਟਾਈਮ ਹਾਈ ਹੈ। ਔਰ ਜੇ ਇਸ ਦਾ ਇਹ ਦੇਖਿਆ ਜਾਵੇ ਇਹ ਨਵੰਬਰ 16 ਤੋਂ ਲੱਗ ਕੇ ਅਕਤੂਬਰ 21 ਤੱਕ, ਅਕਤੂਬਰ ਵਿੱਚ ਹੋਣ ਲੱਗੇ ਹੋ ਨਾ ਤੁਸੀਂ, ਅਕਤੂਬਰ 21 ਤੱਕ ਦਾ ਜਿਹੜਾ ਅੰਕੜਾ ਆ ਰਿਹਾ ਹੈ 57.48% ਦਾ ਅੰਕੜਾ ਹੈ ਕਿ ਇਹ ਜਿਹੜੀ ਹੈ ਇਸ ਮੁਦਰਾ ਦਾ ਪਸਾਰ ਸਥਿਤੀ ਕਿੱਥੋਂ ਤੱਕ ਵਧੀ ਹੈ। ਅੱਗੇ ਤੁਸੀਂ ਸੁਣ ਲਓ, ਜਿਹੜੀ ਬਲੈਕ ਮਨੀ ਦਾ ਰੌਲਾ ਪਾਇਆ ਸੀ, ਪਤੰਜਲੀ ਦੇ ਸੰਚਾਲਕ ਸਵਾਮੀ ਰਾਮਦੇਵ ਨੇ ਕਿ ਅਸੀਂ ਸਵਿਸ ਬੈਂਕਾਂ ਤੋਂ 100 ਦਿਨਾਂ ਦੇ ਵਿੱਚ ਸਰਕਾਰ ਬਣਨ ਦੇ ਉੱਤੇ ਜਿੰਨੀ ਵੀ ਬਲੈਕ ਮਨੀ ਹੈ ਉਹ ਸਵਿਸ ਬੈਂਕ ਤੋਂ ਭਾਰਤ ਵਿੱਚ ਲਿਆਂਦੀ ਜਾਏਗੀ। ਤੇ ਇੱਕ ਤੁਹਾਨੂੰ ਇੱਕ ਇਹ ਵੀ ਸੁਗਾਤ ਦਿੱਤੀ ਗਈ ਸੀ ਕਿ 15 ਲੱਖ ਰੁਪਈਆ ਹਰ ਇੱਕ ਦੇ ਅਕਾਊਂਟ ਵਿੱਚ ਆ ਜਾਏਗਾ। ਸੁਗਾਤ ਤਾਂ ਆ ਗਈ ਪਰ ਉਹ ਸੁਗਾਤ ਦੀ ਜਿਹੜੀ ਹੋਂਦ ਹੈ ਉਹ ਪ੍ਰਤੀਤ ਨਹੀਂ ਹੋਈ ਦੇਸ਼ ਵਾਸੀਆਂ ਨੂੰ। ਉਹ ਕਿੱਥੇ ਗਈ? ਔਰ ਸਵਾਮੀ ਰਾਮਦੇਵ ਜੀ ਉਸ ਤੋਂ ਬਾਅਦ ਅਗਿਆਤਵਾਸ ਹੋ ਗਏ ਇਸ ਇਸ਼ੂ ਦੇ ਉੱਤੇ। ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਕਿ ਇਹ ਸਵਿਸ ਬੈਂਕ ਤੋਂ ਜਿਹੜੀ ਮਨੀ ਆਣੀ ਸੀਗੀ ਉਹਨਾਂ ਨੇ ਇਸ ਦਾ ਕੀ ਕੀਤਾ। ਹਾਂ, ਇੱਕ ਗੱਲ ਜ਼ਰੂਰ ਹੈ, ਲੋਕ ਕਹਿੰਦੇ ਨੇ, ਮੈਂ ਨਹੀਂ ਕਹਿੰਦਾ, ਕਿ ਉਹਨਾਂ ਦੇ ਸਵਿਸ ਬੈਂਕ 'ਚ ਖਾਤੇ ਵੀ ਹੋ ਗਏ ਨੇ, ਉਹਨਾਂ ਨੇ ਵਿਦੇਸ਼ਾਂ ਵਿੱਚ ਜਾਇਦਾਦਾਂ ਵੀ ਬਣਾ ਲਈਆਂ
ਤੇ ਹੋਰ ਕਈ ਕੁਝ ਕਰ ਲਿਆ। ਆਉਣ ਦੀ ਬਜਾਏ ਸਵਿਸ ਬੈਂਕ ਤੋਂ ਪੈਸਾ ਜਿਹੜਾ ਆਉਣਾ ਸੀ ਭਾਰਤ ਦੇ ਵਿੱਚ, ਉਹ ਵਿਦੇਸ਼ ਨੂੰ ਉਹਨਾਂ ਨੇ ਵੀ ਧੱਕ ਦਿੱਤਾ। ਇਹ ਕਿਹੜੇ ਵਹਿਮ ਦੇ ਵਿੱਚ ਬਹਿ ਗਏ ਨੇ? ਇਹ ਕਿਹੜੀ ਸੁਗਾਤ ਮਿਲੀ ਹੈ ਤੁਹਾਨੂੰ? ਇਹਦਾ ਵੀ ਤੁਸੀਂ ਜਿਹੜੀ ਹੈ ਫੈਸਲਾ ਕਰਨਾ ਹੈ। ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸਦੇ ਹਾਂ, ਇਹ ਵੀ ਕਿਹਾ ਗਿਆ ਸੀ ਕਿ ਜਿੰਨੀ ਕਰੰਸੀ ਜਿਹੜੀ ਹੈਗੀ ਹੈ ਭਾਰਤ ਦੀ, ਜਿੰਨੀ ਮੁਦਰਾ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਮੁਦਰਾ ਜਿਹੜੀ ਹੈ ਬਲੈਕ ਮਨੀ, ਕਾਲੇ ਧਨ ਦੇ ਵਿੱਚ ਔਰ ਜਾਲੀ ਨੋਟਾਂ ਦੇ ਵਿੱਚ ਮੌਜੂਦ ਹੈ ਦੇਸ਼ ਦੇ ਵਿੱਚ। ਉਹਦਾ ਵੀ ਖਾਤਮਾ ਹੋਏਗਾ। ਅੰਕੜੇ ਆ ਰਹੇ ਨੇ, ਅੰਕੜੇ ਬੋਲ ਰਹੇ ਨੇ ਕਿ ਜਿਹੜੇ 200 ਰੁਪਏ ਦੇ ਨੋਟ ਸਾਡੀ ਭਾਰਤ ਸਰਕਾਰ ਨੇ ਚਲਾਏ ਨੇ, ਉਹ ਜਿਹੜੇ ਨੋਟ ਚਲਾਏ ਨੇ ਉਹ ਕਿਹੋ ਜਿਹੇ ਨੇ ਤੇ ਕਿਸ ਹਿਸਾਬ ਦੇ ਨੇ? ਤੁਸੀਂ ਇਹ ਵੇਖ ਲਓ ਕਿ 200 ਰੁਪਏ ਦੇ ਨੋਟ ਜਿਹੜੇ ਨੇ ਉਹਦੇ ਵਿੱਚ 151% ਜਿਹੜੀ ਹੈ ਫੇਕ ਮਨੀ ਹੈ, ਜਾਲੀ ਨੋਟ ਨੇ। ਅਜੇ ਤੱਕ ਤੁਹਾਨੂੰ ਕਿਸੇ ਨੇ ਕੋਈ ਵਿਚਾਰ ਚਰਚਾ ਨਹੀਂ ਦਿੱਤੀ ਇਹਦੇ ਤੇ ਜਿਹੜੇ 500 ਵਾਲੇ ਨੋਟ ਨੇ ਉਹਨਾਂ ਦੇ ਵਿੱਚ 37% ਨੋਟ ਐਸੇ ਨੇ ਜਿਹੜੇ ਜਾਲੀ ਨੇ, ਫੜੇ ਜਾਂਦੇ ਨੇ। ਔਰ 2000 ਵਾਲੇ ਵੀ ਹੈਗੇ ਜੇ, ਉਹ ਵੀ ਪਿੱਛੇ ਨਹੀਂ ਦੇ ਰਹੇ। ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ। 2000 ਦਾ ਨੋਟ ਕਹਿੰਦਾ ਮੈਂ ਵੀ ਫੇਕ ਕਰੰਸੀ ਦੇ ਕਾਲਮ ਵਿੱਚ ਆ ਜਾਂਦਾ। ਤੇ ਅੱਗੇ ਹੋਰ ਤੁਹਾਨੂੰ ਦੱਸ ਦਿੰਦਾ, ਸਾਡੀ ਸਰਕਾਰ ਨੂੰ ਇਹ ਹੀ ਨਹੀਂ ਪਤਾ ਕਿ ਸੁਗਾਤ ਹੁੰਦੀ ਕੀ ਹੈ। ਸੁਗਾਤ ਹੁੰਦੀ ਹੈ ਜਿਹੜੀ ਆਪਣੀ ਜੇਬ ਵਿੱਚੋਂ ਪੈਸਾ ਖਰਚ ਕਰਕੇ ਆਪਣੇ ਮਿੱਤਰ ਪਿਆਰਿਆਂ ਨੂੰ ਦਿੱਤੀ ਜਾਂਦੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਲਈ ਦੇਸ਼ ਪਿਆਰਾ ਹੈ, ਤੁਸੀਂ ਪਿਆਰੇ ਹੋ ਸਾਰੇ ਉਹਨਾਂ ਲਈ। ਉਹਨਾਂ ਨੇ ਤੁਹਾਡੇ ਹਿੱਤ ਦੀ ਖਾਤਰ ਉਹਨਾਂ ਨੇ ਨੋਟਬੰਦੀ ਕਰ ਦਿੱਤੀ। ਹੋਰ ਉਹ ਕੀ ਕਰਨ? ਤੁਹਾਨੂੰ ਕਿਹੜੀ ਸੁਗਾਤ ਦੇਣ? ਪਰ ਉਹਨਾਂ ਨੂੰ ਕੀ ਪਤਾ ਸੀ ਇਹਦੇ ਵਿੱਚ ਜਿਹੜੀਆਂ ਸੁਗਾਤਾਂ ਛੁਪੀਆਂ ਹੋਈਆਂ ਉਹਨਾਂ ਦੀ ਤੁਹਾਡੇ ਉੱਤੇ ਬੁਛਾੜ ਲੱਗ ਜਾਏਗੀ। ਭਾਵੇਂ ਤੁਹਾਡੇ ਕੁਝ ਅੱਲੇ ਰਵੇ ਜਾਂ ਪੱਲੇ ਰਵੇ ਜਾਂ ਨਾ ਰਵੇ, ਇਹ ਉਹਨਾਂ ਦੀ ਸਿਰਦਰਦੀ ਨਹੀਂ। ਜਿਹੜੇ ਵੀ ਨੋਟ ਚਲਾਏ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਦਾ ਮੈਂ ਤੁਹਾਨੂੰ ਜ਼ਿਕਰ ਕਰ ਦਿੰਦਾ। ਜਿਹੜੀ ਪਹਿਲੀ ਸਰਕਾਰ ਸੀ ਉਸ ਨੇ ਇਹ 100 ਦਾ ਨੋਟ ਜਿਹੜਾ ਮੈਂ ਦਿਖਾ ਰਿਹਾ ਤੁਹਾਨੂੰ, ਇਹ ਦੇਖ ਲਓ। ਇਸ ਵੇਲੇ ਇਹਦਾ ਜਿਹੜਾ ਗਾਂਧੀ ਜੀ ਦਾ ਇਹ ਪੋਰਸ਼ਨ ਹੈ, ਇਹ ਵਾਲਾ, ਇਹ ਤੁਹਾਡੇ ਕਿਹੜੇ ਹੱਥ 'ਚ ਹੈ? ਮੇਰੇ ਸੱਜੇ ਹੱਥ 'ਚ ਹੈ। ਤੇ ਤੁਸੀਂ ਆਪਣਾ ਹੱਥ ਅਜਮਾ ਲਓ। ਤੇ ਇਹ 200 ਰੁਪਏ ਦਾ ਨੋਟ ਹੈ ਮੋਦੀ ਜੀ ਨੇ ਜਿਹੜਾ ਚਲਾਇਆ। 500 ਰੁਪਏ ਦਾ ਨੋਟ ਚਲਾਇਆ, 1000 ਰੁਪਏ ਦਾ ਨੋਟ ਚਲਾਇਆ। ਉਹਦਾ ਜਿਹੜਾ ਹੈਗਾ ਵਾਟਰ ਵਾਲਾ ਪੋਰਸ਼ਨ ਜਿਹਦੇ ਉੱਤੇ ਗਾਂਧੀ ਜੀ ਦੀ ਤਸਵੀਰ ਹੈ, ਉਹ ਪੁੱਠਾ ਹੀ ਕਰਤਾ। ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ, ਦੇਸ਼ ਵਾਸੀਓ ਮੈਂ ਤਾਂ ਤੁਹਾਨੂੰ ਪੁੱਠਾ ਲਟਕਾਤਾ, ਤੁਸੀਂ ਕੀ ਕਰਨਾ ਜਾਂ ਕੀ ਨਹੀਂ ਕਰਨਾ। ਇਹ ਦੋਨੋਂ ਨੋਟਾਂ ਤੋਂ ਤੁਸੀਂ ਅੰਦਾਜ਼ਾ ਲਾ ਲਓ ਤੇ ਵੇਖ ਲਓ ਦੇਸ਼ ਦੀ ਗਤੀ ਤੇ ਪ੍ਰਗਤੀ ਕਿੱਧਰ ਨੂੰ ਗਈ। ਇਹ ਸੁਗਾਤ ਹੈ ਜਾਂ ਨਹੀਂ ਹੈ? ਸੁਗਾਤ ਉਹ ਹੁੰਦੀ ਹੈ ਜਿਹੜੀ ਇਹਨਾਂ ਨੋਟਾਂ ਨਾਲ ਖਰੀਦ ਕੇ ਆਪਣੇ ਮਿੱਤਰ ਪਿਆਰੇ ਨੂੰ ਦਿੱਤੀ ਜਾਂਦੀ ਹੈ। ਅੱਜ ਤੱਕ ਸਾਡੇ ਜਿਹੜੇ ਦੇਸ਼ ਦੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਇਹ ਹੀ ਨਹੀਂ ਪਤਾ। ਮੈਂ ਜੋ ਗੱਲ ਕਹਿ ਰਿਹਾ ਤੁਸੀਂ ਵੀ ਸਮਝ ਰਹੇ ਹੋ, ਸੋਚ ਰਹੇ ਹੋ ਵੀ ਇਹ ਸੁਗਾਤ ਜਿਹੜੀ ਹੈ ਕਿਹੋ ਜਿਹੀ ਦਿੱਤੀ ਜਾ ਰਹੀ ਹੈ। ਸਰਕਾਰੀ ਖਜ਼ਾਨੇ 'ਚੋਂ ਸੁਗਾਤਾਂ ਨਹੀਂ ਹੁੰਦੀਆਂ, ਉਹ ਲੁੱਟ ਹੁੰਦੀ ਹੈ। ਤੇ ਉਹ ਲੁੱਟ ਦਾ ਜਿਹੜਾ ਉਸ ਦਾ ਸੰਗਿਆਨ ਕਿੰਨੇ ਲੈਣਾ? ਸਾਡੀ ਮਾਨਯੋਗ ਸੁਪਰੀਮ ਕੋਰਟ ਨੇ ਨਾ ਤੇ ਨੋਟਬੰਦੀ ਦੇ ਉੱਤੇ ਕੋਈ ਕਾਰਵਾਈ ਕੀਤੀ, ਜਿਹੜੀਆਂ ਪਟੀਸ਼ਨਾਂ ਉਹਨਾਂ ਦੇ ਕੋਲ ਗਈਆਂ, ਔਰ ਨਾ ਹੀ ਉਹਨਾਂ ਨੇ ਇਹ ਯਤਨ ਕਰਨ ਦਾ ਯਤਨ ਕੀਤਾ ਕਿ ਸਰਕਾਰ ਨੂੰ ਅਸੀਂ ਸਿਓ ਮੋਟੋ ਆਪਣੇ ਤੌਰ ਤੇ ਇਹ ਪੁੱਛ ਲਈਏ ਵੀ ਤੁਸੀਂ ਕਿਹੋ ਜਿਹੀ ਸੁਗਾਤ ਦੇਸ਼ ਵਾਸੀਆਂ ਨੂੰ ਦੇ ਰਹੇ ਹੋ। ਮਾਮਲੇ ਬੜੇ ਤੁਹਾਡੇ ਸਾਹਮਣੇ ਆਏ ਨੇ। ਪੈਗਾਸਸ ਦਾ ਮਾਮਲਾ ਵੀ ਸਾਹਮਣੇ ਆਇਆ। ਇਹ ਵੀ ਇੱਕ ਸੁਗਾਤ ਸੀ ਦੇਸ਼ ਵਾਸੀਆਂ ਨੂੰ, ਦੇਸ਼ ਵਾਸੀਆਂ ਦੀ ਜਾਸੂਸੀ ਕਰਨ ਦਾ ਇੱਕ ਉਪਰਾਲਾ ਕੀਤਾ ਗਿਆ। ਇਸੇ ਤਰ੍ਹਾਂ ਮਾਨਯੋਗ ਸੁਪਰੀਮ ਕੋਰਟ ਨੇ ਪੈਗਾਸਸ ਦੇ ਉੱਤੇ ਵੀ ਸੰਗਿਆਨ ਲੈ ਕੇ ਔਖੇ ਸੌਖੇ ਹੋ ਕੇ ਇਹਦੇ ਉੱਤੇ ਕੋਈ ਨਾ ਕੋਈ ਕਾਰਵਾਈ ਕਰਨ ਦਾ ਯਤਨ ਕੀਤਾ। ਜੇ ਇਹ ਕਾਰਵਾਈ ਹੋਈ ਹੈ ਤਾਂ ਇਹ ਇੱਕ ਚੰਗਾ ਦੇਸ਼ ਹਿੱਤ ਦੇ ਵਿੱਚ ਸ਼ਗਨ ਹੈ ਔਰ ਇਹ ਇੱਕ ਸੁਗਾਤ ਹੈ। ਅੱਜ ਤੁਸੀਂ ਦੇਖੋ, ਜੇ ਯੋਗੀ ਸਰਕਾਰ ਹੈ ਜਾਂ ਮਨੋਹਰ ਲਾਲ ਖੱਟੜ ਸਰਕਾਰ ਹੈ, ਉਹ ਜਦੋਂ ਵੀ ਕਿਸੇ ਸਕੀਮ ਦਾ ਉਦਘਾਟਨ ਕਰਦੇ ਨੇ, ਪਹਿਲੀਆਂ ਸਰਕਾਰਾਂ ਇਹ ਨਹੀਂ ਸੀ ਕਹਿੰਦੀਆਂ ਸੁਗਾਤ ਹੈ, ਉਹ ਘੱਟੋ ਘੱਟ ਗੱਲ ਹੀ ਇੱਦਾਂ ਦੀ ਕਰਦੇ ਨੇ, ਮਨੋਹਰ ਦੀ ਮਨੋਹਰ ਸੁਗਾਤ। ਉਹ ਮਨੋਹਰ ਦੀ ਮਨੋਹਰ ਸੁਗਾਤ ਕੀ ਹੈ?
ਪੱਲਿਓਂ ਕੀ ਦਿੱਤਾ ਮਨੋਹਰ ਲਾਲ ਜੀ ਨੇ, ਇਹ ਤਾਂ ਦੱਸਣ। ਮਨੋਹਰ ਲਾਲ ਖੱਟੜ ਜੀ ਜੇ ਇਹ ਦੱਸਣ ਤੇ ਮੈਂ ਉਹਨਾਂ ਦਾ ਅਤੀ ਧੰਨਵਾਦੀ ਹੋਵਾਂਗਾ। ਸੌਗਾਤ ਹੁੰਦੀ ਹੈ, ਹੁਣ ਦੇਖੋ ਮੁਲਾਜ਼ਮ ਨੇ, ਉਹਨਾਂ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਦੇ ਦਿੱਤੀ ਗਈ, ਉਹਨਾਂ ਬਾਰੇ ਆ ਜਾਂਦਾ ਡੀਏ ਦੀ ਇੰਨੀ % ਕਿਸ਼ਤ ਵਧਾ ਕੇ ਸੌਗਾਤ ਦਿੱਤੀ ਸਰਕਾਰ ਨੇ, ਤੇ ਜਿਹੜੇ ਬਾਕੀ ਲੋਕ ਨੇ ਉਹਨਾਂ ਨੂੰ ਖੂਹ ਸੁੱਟ ਦਿਓ, ਉਹਨਾਂ ਨੂੰ ਖੂਹ ਸੁੱਟਣ ਦੀ ਸੌਗਾਤ ਦੇ ਦਿਓ। ਇਹ ਸੌਗਾਤ ਜਿਹੜੀ ਹੈ ਦੇਸ਼ ਵਾਸੀਆਂ ਦੇ ਲਈ ਆਰਟੀਕਲ 14 ਕੌਂਸਟੀਟਿਊਸ਼ਨ ਆਫ ਇੰਡੀਆ ਦੇ ਮੁਤਾਬਕ, ਰਾਈਟ ਟੂ ਇਕੁਐਲਿਟੀ ਦੇ ਮੁਤਾਬਕ ਸਾਰਿਆਂ ਨਾਲ ਇੱਕੋ ਜਿਹਾ ਵਰਤਾਅ ਹੋਣਾ ਚਾਹੀਦਾ। ਜੇ ਦੇਸ਼ ਦੇ ਮੁਲਾਜ਼ਮ ਜਿਹੜੇ ਨੇ ਉਹ ਹੱਕਦਾਰ ਨੇ ਮਹਿੰਗਾਈ ਭੱਤੇ ਦੀ ਕਿਸ਼ਤ ਵਾਸਤੇ, ਤੇ ਫਿਰ ਬਾਕੀ ਦੇਸ਼ ਦੇ ਲੋਕ ਇਸ ਸੌਗਾਤ ਤੋਂ ਕਿਉਂ ਵੰਚਿਤ ਹੋ ਗਏ? ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ, ਤੁਹਾਡੇ ਵਾਸਤੇ ਸਵਾਲ ਹੈ, ਮੇਰੇ ਵਾਸਤੇ ਸਵਾਲ ਹੈ, ਕੋਰਟਾਂ ਵਾਸਤੇ ਸਵਾਲ ਹੈ। ਅੱਜ ਜੇ ਦੇਖੋ ਧਾਂਦਲੀ ਦਾ ਦੌਰ ਜਿਹੜਾ ਉਸ ਨੂੰ ਸੌਗਾਤ ਦਾ ਨਾਂ ਦਿੱਤਾ ਜਾਂਦਾ ਹੈ। ਇਹ ਸੌਗਾਤ ਜਿਹੜੀ ਹੈ ਨੋਟਬੰਦੀ ਦੇ ਵਿੱਚ ਆਈ, ਕਿਵੇਂ ਆਈ? ਅੱਜ ਕਿਸੇ ਵੀ ਗੋਦੀ ਮੀਡੀਆ ਨੇ ਇਸ ਦੇ ਉੱਤੇ ਤੁਹਾਨੂੰ ਇਹ ਗੱਲਾਂ ਨਹੀਂ ਦੱਸੀਆਂ, ਔਰ ਮੈਂ ਇਹ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ। ਮੋਦੀ ਜੀ ਦੇ ਜਿਹੜੇ ਇਹ ਕੀਤੇ ਹੋਏ ਸੌਗਾਤ ਦੇ ਵਿਸ਼ੇਸ਼ ਉਪਰਾਲੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕੀਤਾ ਦੇਸ਼ ਦੀ ਏਕਤਾ ਵਿੱਚ, ਦੇਸ਼ ਦੇ ਹੱਕ ਵਿੱਚ, ਦੇਸ਼ ਦੇ ਹਿੱਤ ਵਿੱਚ। ਔਰ ਮੈਂ ਇਹ ਚਾਹੁੰਦਾ ਹਰ ਨਾਗਰਿਕ ਦੇਸ਼ ਭਾਰਤ ਦਾ ਸਵੈਮਾਨ ਦੀ ਜ਼ਿੰਦਗੀ ਜੀਵੇ। ਸਾਡਾ ਹਰ ਪੋਲੀਟੀਕਲ ਪਾਰਟੀ ਦਾ ਲੀਡਰ, ਨੇਤਾ, ਮੰਤਰੀ, ਸੰਤਰੀ ਜੋ ਵੀ ਨੇ ਉਹ ਐਸੀ ਸੌਗਾਤ ਦੇਣ ਦੇਸ਼ ਵਾਸੀਆਂ ਨੂੰ, ਤੇ ਆਪਣੇ ਲਈ ਵੀ ਦੇਸ਼ ਵਾਸੀਆਂ ਤੋਂ ਸੌਗਾਤ ਲੈਣ ਜਿਹਦੇ ਨਾਲ ਉਹ ਸਵੈਮਾਨ ਨਾਲ ਜੀ ਸਕਣ। ਅੱਜ ਕੋਈ ਸਾਨੂੰ ਇਹ ਨਾ ਕਵੇ ਭਾਰਤ 33ਵੇਂ ਨੰਬਰ ਤੇ ਸੀਗਾ ਤੇ 112 ਨੰਬਰ ਤੇ ਜਾ ਗਿਰਿਆ। ਇਹ ਜਦੋਂ ਕਿਹਾ ਜਾਂਦਾ ਤਾਂ ਇਹ ਸੋਚ ਮਾਨੀ ਚਾਹੁੰਦੀ ਹੈ ਕਿ ਇਹ ਸੌਗਾਤ ਸਾਨੂੰ ਆਪਣਿਆਂ ਨੇ ਕੀ ਦਿੱਤੀ ਤੇ ਵਿਦੇਸ਼ਾਂ ਤੋਂ ਕੀ ਮਿਲੀ। ਸਵਾਲ ਤੁਹਾਡੇ ਲਈ। ਇਹ ਜਿਹੜੀ ਗੱਲ ਹੈ ਮੇਰੀ ਵਿਚਾਰ ਲਿਓ। ਇਹ ਮੈਂ ਅੱਜ ਗੱਲ ਕਹਿਣ ਤੋਂ ਰਹਿ ਨਹੀਂ ਸਕਿਆ, ਰੁਕ ਨਹੀਂ ਸਕਿਆ। ਬੜੀਆਂ ਔਕੜਾਂ ਚੱਲ ਕੇ ਅੱਜ ਤੁਹਾਡੇ ਕੋਲ ਮੈਂ ਆਇਆ ਜੇ, ਔਰ ਇਹ ਕਹਿਣ ਲਈ ਆਇਆ ਜੇ ਇਹ ਜਿਹੜੀ ਸੌਗਾਤ ਹੈ ਇਹਦੀ ਡੈਫੀਨੇਸ਼ਨ ਜਿਹੜੀ ਹੈ ਸਰਕਾਰ ਨੇ ਬਦਲ ਦਿੱਤੀ ਹੈ। ਇਹ ਵੀ ਤੁਹਾਨੂੰ ਇੱਕ ਸੌਗਾਤ ਦਿੱਤੀ ਹੈ ਇਹਨਾਂ ਨੇ। ਅੱਜ ਗੱਲਾਂ ਇੰਨੀਆਂ ਹੀ ਜ਼ਿਆਦਾ ਨਹੀਂ, ਇਹ ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਤੁਹਾਡੇ ਨਾਲ, ਇਹਨਾਂ ਨੂੰ ਜਰਾ ਦੇਖ ਲੈਣਾ, ਵਿਚਾਰ ਲੈਣਾ, ਸੋਚ ਲੈਣਾ, ਸਮਝ ਲੈਣਾ, ਔਰ ਆਪਣੇ ਦੇਸ਼ ਹਿੱਤ ਦੇ ਵਿੱਚ ਆਪਣੇ ਬੱਚਿਆਂ ਦੀ ਖਾਤਰ, ਆਪਣੇ ਬਜ਼ੁਰਗਾਂ ਦੀ ਖਾਤਰ, ਆਪਣੇ ਹਰ ਪੋਲੀਟੀਸ਼ੀਅਨ ਦੀ ਖਾਤਰ, ਪੋਲੀਟੀਕਲ ਨੇਤਾ ਦੀ ਖਾਤਰ, ਜਿੰਨੇ ਵੀ ਕੋਈ ਵੀ ਧਾਂਦਲੀਆਂ ਮਾਂਦਲੀਆਂ ਕੁਛ ਕੀਤਾ ਉਹਨਾਂ ਨੂੰ ਇਹ ਕਹਿਣਾ ਬਈ ਸੌਗਾਤ ਦੇ ਤੁਸੀਂ ਅਰਥ ਨਾ ਬਦਲੋ। ਜੋ ਸੌਗਾਤ ਦੇ ਅਰਥ ਗਿਫਟ ਐਕਟ ਦੇ ਥੱਲੇ ਆਉਂਦੇ ਨੇ ਉਹਨਾਂ ਨੂੰ ਤੁਸੀਂ ਮਾਨ ਸਨਮਾਨ ਉਹਨਾਂ ਦਾ ਕਾਇਮ ਰਹਿਣ ਦਿਓ। ਅੱਜ ਗੱਲਾਂ ਇੰਨੀਆਂ ਹੀ ਜ਼ਿਆਦਾ ਨਹੀਂ। ਮੇਰੀ ਇਹ ਵੀਡੀਓ ਤੁਹਾਨੂੰ ਅੱਛੀ ਲੱਗੀ ਹੈ, ਸ਼ੇਅਰ ਕਰੋ ਇਹਨੂੰ, ਮੇਰੇ ਚੈਨਲ ਨੂੰ ਸ਼ੇਅਰ ਕਰੋ, ਹਰ ਦੇਸ਼ ਵਾਸੀ ਨੂੰ ਇਹ ਦੇ ਦਿਓ। ਅੱਜ ਇਹ ਸੌਗਾਤ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਇਹ ਸੌਗਾਤ ਜਿਹੜੀ ਹੈ ਹਰ ਦੇਸ਼ ਵਾਸੀ ਕੋਲ ਜਾਣੀ ਜ਼ਰੂਰੀ ਹੈ, ਬਣਦੀ ਹੈ। ਗੱਲਾਂ ਇੰਨੀਆਂ ਹੀ ਜ਼ਿਆਦਾ ਨਹੀਂ। ਮੇਰੇ ਵੀਡੀਓ ਨੂੰ ਸਬਸਕ੍ਰਾਈਬ ਕਰਨਾ, ਮੇਰੇ ਇਸ ਚੈਨਲ ਨੂੰ ਹਰ ਘਰ ਦੇ ਵਿੱਚ ਪਹੁੰਚਾਉਣ ਦਾ ਯਤਨ ਹੀਲਾ ਵਸੀਲਾ ਕਰਨਾ, ਕਿਉਂਕਿ ਮੈਂ ਤੁਹਾਨੂੰ ਸੌਗਾਤ ਦੇਣਾ ਜਿਹੜੀਆਂ ਗੱਲਾਂ ਜੋ ਵਾਪਰਦੀਆਂ ਤੁਹਾਡੇ ਪਰਦਿਆਂ ਪਿੱਛੇ ਜਾਂ ਤੁਹਾਡੇ ਤੱਕ ਨਹੀਂ ਆਉਂਦੀਆਂ, ਉਸ ਨੂੰ ਇੱਕ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਗੱਲ ਕਰਨ ਦਾ ਯਤਨ ਕਰਦਾ। ਮੈਂ ਇਹੀ ਸੌਗਾਤ ਦੇ ਸਕਦਾ ਤੁਹਾਨੂੰ।